ਅਸੀਂ ਅੱਜ ਸਾਡੇ ਕਿਸਾਨ ਏਕਤਾ ਮੋਰਚੇ ਦੇ ਮਾਧਿਅਮ ਦੇ ਰਾਹੀਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਕੁਝ ਭਾਰਤ ਸਰਕਾਰ ਇਸ ਵੇਲੇ ਸ਼ਾਂਤਮਈ ਪੀਸਫੁਲੀ ਆਪਣਾ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਨਾਲ ਕਰ ਰਹੀ ਹੈ, ਇਹ ਚੰਗਾ ਨਹੀਂ ਕਰ ਰਹੀ। ਸਰਕਾਰ ਨੇ ਸਾਡੀ ਡੈਮੋਕ੍ਰੇਸੀ ਦਾ ਥੰਮ ਪੱਤਰਕਾਰਤਾ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇੱਥੋਂ ਤੱਕ ਕਿ ਜਿਹੜੇ ਸੱਚ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਨੇ ਉਹਨਾਂ ਤੋਂ ਅਸਤੀਫੇ ਮੰਗੇ ਜਾ ਰਹੇ ਨੇ। ਸੱਚੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਫੜ ਕੇ ਥਾਣਿਆਂ ਦੇ ਵਿੱਚ ਅਰੈਸਟ ਕਰਕੇ ਬੰਦ ਕੀਤਾ ਜਾ ਰਿਹਾ ਹੈ। ਇਹ ਉਮੀਦ ਨਹੀਂ ਸੀ ਕਿ ਸਰਕਾਰ ਇੰਨੀ ਗਿਰ ਸਕਦੀ ਹੈ, ਇੰਨੀ ਨੀਵੀਂ ਪੱਧਰ ਦੇ ਉੱਤੇ ਜਾ ਕੇ ਸਰਕਾਰ ਇਹ ਕੁਝ ਕਰ ਸਕਦੀ ਹੈ। ਔਰ ਸਾਨੂੰ ਪਤਾ ਲੱਗਿਆ ਕਿ ਕੁਝ ਹੋਰ ਵੀ ਨੌਜਵਾਨ ਹਜੇ ਤੱਕ ਲਾਪਤਾ ਹੋਏ ਨੇ, ਜਿਨ੍ਹਾਂ ਦੀ ਹਜੇ ਤੱਕ ਕੋਈ ਉਗ ਸੁਗ ਨਹੀਂ ਲੱਗ ਰਹੀ। ਮੈਂ ਬੇਨਤੀ ਕਰੂੰਗਾ ਸਾਡੇ ਸਾਰੇ ਹੀ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ ਕਿ ਜਿਨ੍ਹਾਂ ਦੇ ਵੀ ਬੱਚੇ ਇਸ ਅੰਦੋਲਨ ਦੇ ਵਿੱਚ ਪਹੁੰਚੇ ਆ, ਉਹ ਕਿਰਪਾ ਕਰਕੇ ਉਹਨਾਂ ਬੱਚਿਆਂ ਦੀ ਇੱਕ ਵਾਰੀ ਜਾਂਚ ਕਰ ਲੈਣ, ਕਿਉਂਕਿ ਇੱਥੇ ਸਾਰੇ ਵੀਰ ਜਿਹੜੇ ਨੌਜਵਾਨ ਆਏ ਨੇ ਜਾਂ ਆਏ ਸੀ, ਉਹ ਜਥੇਬੰਦੀਆਂ ਦਾ ਪੱਕਾ ਕੈਡਰ ਭਾਵੇਂ ਨਹੀਂ ਸੀ, ਉਹਦੇ ਕਰਕੇ ਉਹਦਾ ਸਾਡੇ ਧਿਆਨ 'ਚ ਨਹੀਂ ਹੋਣੇ। ਉਹ ਪਰਿਵਾਰ ਆਪਣੇ ਬੱਚਿਆਂ ਦੀ ਘੱਟੋ ਘੱਟ ਪੜਤਾਲ ਕਰਕੇ ਸਾਡੇ ਤੱਕ ਸੂਚਨਾ ਪਹੁੰਚਾਉਣ। ਉਹ ਸੂਚਨਾ ਪਹੁੰਚਾਉਣ ਦੇ ਲਈ ਇਹ ਨੰਬਰ ਨੇ 81,980 22,033। ਮੈਂ ਫਿਰ ਦੱਸ ਦਿਆਂ 81,980 22,033। ਕਮਲਜੀਤ ਸਿੰਘ ਸਾਡਾ ਇੱਕ ਆਗੂ ਹੈ, ਉਹਦੇ ਟੈਲੀਫੋਨ ਦੇ ਉੱਤੇ ਜਿਸ ਕਿਸੇ ਨੂੰ ਵੀ ਇਹੋ ਜਿਹੀ ਕੋਈ ਤਕਲੀਫ ਮਹਿਸੂਸ ਹੁੰਦੀ ਹੈ, ਉਹ ਇਹ ਸੰਪਰਕ ਕਰਨ ਤਾਂ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਬੱਚਿਆਂ ਦੀ ਪੜਤਾਲ ਕਰਵਾ ਸਕੀਏ ਜਿਨ੍ਹਾਂ ਦਾ ਕੋਈ ਲਾਪਤਾ ਨਹੀਂ, ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਔਰ ਅਸੀਂ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਕਿ ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਪਿੱਛੇ ਹਟਣਾ ਚਾਹੀਦਾ ਹੈ। ਸਰਕਾਰ ਨੂੰ ਨਾਲ ਦੀ ਨਾਲ ਇਹ ਗੱਲ ਦੀ ਸਮਝ ਵੀ ਹੋਣੀ ਚਾਹੀਦੀ ਹੈ ਕਿ ਇੱਕ ਪਾਸੇ ਮਾਣਯੋਗ ਸੁਪਰੀਮ ਕੋਰਟ ਨੇ ਸਾਡੇ ਇਸ ਪੀਸਫੁਲੀ ਅੰਦੋਲਨ ਨੂੰ ਜਾਇਜ਼ ਠਹਿਰਾ ਕੇ ਇੱਥੇ ਵਾਜਬ ਮੰਨਿਆ ਹੈ ਜਿੱਥੇ ਅਸੀਂ ਕਰ ਰਹੇ ਹਾਂ। ਤਾਂ ਜਿੱਥੇ ਸਾਨੂੰ ਮਾਣਯੋਗ ਸੁਪਰੀਮ ਕੋਰਟ ਨੇ ਜਾਇਜ਼ ਠਹਿਰਾਤਾ, ਉੱਥੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਇੱਥੇ ਪ੍ਰੋਟੈਕਸ਼ਨ ਦੇਣੀ, ਸਾਨੂੰ ਸੰਭਾਲਣਾ, ਸਾਡੀ ਹਰ ਲੋੜ ਪੂਰੀ ਕਰਨੀ ਹੈ, ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ। ਜਦੋਂ ਕਿ ਇਹਦੇ ਉਲਟ ਚੱਲ ਕੇ ਦੇਖਣ ਦੇ ਵਿੱਚ ਕੀ ਆ ਰਿਹਾ ਹੈ ਕਿ ਇਹਨਾਂ ਨੇ ਸਾਡੇ ਪ੍ਰਦਰਸ਼ਨਕਾਰੀ, ਸਾਡੀਆਂ ਬੀਬੀਆਂ ਜਿੱਥੇ ਬੈਠੀਆਂ ਨੇ, ਉਹਨਾਂ ਦੇ ਉੱਤੇ ਆ ਕੇ ਗੁੰਡਿਆਂ ਨੂੰ ਨਾਲ ਲੈ ਕੇ ਪੁਲਿਸ ਖੁਦ ਉਹਨਾਂ ਦੇ ਵੱਟੇ ਮਾਰ ਰਹੀ ਹੈ। ਜਦੋਂ ਕਿ ਬਣਦੀ ਹੈ ਜ਼ਿੰਮੇਵਾਰੀ ਇਹ ਕਿ ਜਿਹੜੇ ਸਾਡੇ ਤੇ ਹਮਲਾਵਰ ਹੋ ਕੇ ਆਏ ਨੇ ਉਹਨਾਂ ਨੂੰ ਰੋਕਣਾ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੇ ਨੌਜਵਾਨਾਂ ਨੂੰ ਚੱਕ ਕੇ ਉਹਨਾਂ ਦੇ ਉੱਤੇ ਤਸ਼ੱਦਦ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੋਵੇ। ਇਹ ਪੁਲਿਸ ਬਹੁਤ ਗਲਤ ਕਰ ਰਹੀ ਹੈ। ਪੁਲਿਸ ਨੂੰ ਤੁਰੰਤ ਇਹਦੇ ਤੇ ਮੈਂ ਕਹੂੰਗਾ ਸਾਡੇ ਗ੍ਰਹਿ ਮੰਤਰੀ ਜੀ ਨੂੰ, ਸਾਡੇ ਰੱਖਿਆ ਮੰਤਰੀ ਜੀ ਨੂੰ ਤੁਰੰਤ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਔਰ ਇਹਨੂੰ ਰੋਕਣਾ ਚਾਹੀਦਾ ਹੈ। ਔਰ ਇਦੋਂ ਵੀ ਗਾਹਾਂ ਮੈਂ ਤਾਂ ਇਹ ਵੀ ਕਹੂੰਗਾ ਕਿ ਸਰਕਾਰ ਚਾਹੁੰਦੀ ਕੀ ਹੈ? ਗੁੰਡਾਗਰਦੀ ਕਿ ਰੋਜ਼ ਆਏ ਦਿਨ ਪਲਵਲ ਦੇ ਧਰਨੇ ਦੇ ਵਿੱਚ ਵੀ ਇਹ ਕੁਛ ਹੋਇਆ, ਗਾਜੀਪੁਰ ਧਰਨੇ ਦੇ ਵਿੱਚ ਵੀ ਇਹ ਕੁਛ ਹੋਇਆ, ਇੱਥੇ ਸਿੰਘੂ ਬਾਰਡਰ ਦੇ ਉੱਤੇ ਲਗਾਤਾਰ 3 ਦਿਨਾਂ ਤੋਂ ਇਹੀ ਗੁੰਡਾਗਰਦੀ ਹੋ ਰਹੀ ਹੈ ਔਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ, ਤਮਾਸ਼ਾ ਵੇਖ ਰਹੀ ਹੈ। ਔਰ ਅਜਿਹੇ ਘਟਨਾਕ੍ਰਮ ਔਰ ਇਹਨਾਂ ਅਜਿਹੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਇਹ ਹੋਣਾ, ਮੈਂ ਕਹੂੰਗਾ ਕਿ ਸਰਕਾਰ ਦੀਆਂ ਅੱਖਾਂ ਬੰਦ ਹੈ। ਸਰਕਾਰ ਇਹ ਜਾਣਬੁੱਝ ਕੇ ਕਰਵਾ ਰਹੀ ਹੈ। ਸਰਕਾਰ ਨੂੰ ਇਹ ਤੋਂ ਬਾਜ਼ ਆਉਣਾ ਚਾਹੀਦਾ ਹੈ। ਅਜਿਹੀ ਕੋਈ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸਰਕਾਰ ਨੂੰ 1000 ਵਾਰ ਸੋਚਣਾ ਚਾਹੀਦਾ ਹੈ ਕਿ ਕੌਣ ਬੈਠੇ ਨੇ। ਇਹ ਦੇਸ਼ ਦਾ ਅੰਨਦਾਤਾ ਬੈਠਾ ਅੱਗੇ, ਆਪਦੀ
ਜ਼ਮੀਨ ਆਪਦੀ ਜਾਇਦਾਦ ਦੀ ਰਾਖੀ ਲਈ ਬੈਠਾ ਹੈ, ਇੱਕ ਆਪਦੀ ਮੰਗ ਲੈ ਕੇ ਆਇਆ ਹੈ ਔਰ ਉਹਦੀ ਰਾਖੀ ਲਈ ਬੈਠਾ ਕਿਸਾਨ ਜਦੋਂ ਪੂਰੀ ਤਰ੍ਹਾਂ ਪੀਸਫੁਲੀ ਬੈਠਾ ਹੈ, ਉਸ ਵੇਲੇ ਅਜਿਹਾ ਕੁਝ ਕਰਨਾ ਸਰਕਾਰ ਲਈ ਅਤੀ ਨਿੰਦਣਯੋਗ ਕਦਮ ਹੈ। ਦੂਸਰੀ, ਮੈਂ ਨਾਲ ਸਾਡੇ ਕਿਸਾਨ ਵੀਰਾਂ ਨੂੰ ਵੀ ਅਲਰਟ ਕਰਾਂਗਾ ਕਿ ਕੁਝ ਸਮੇਂ ਦੇ ਲਈ ਖੁਦ ਆਪਣੇ ਆਪ ਨੂੰ ਸੰਭਾਲੋ। ਇਹ ਲੋੜ ਹੈ ਸਾਨੂੰ ਹੁਣ ਮੌਕੇ ਦੀ, ਕਿਉਂਕਿ ਦਿੱਲੀ ਦੇ ਵਿੱਚ ਪਤਾ ਲੱਗਿਆ ਕਿ ਸਾਡੇ ਪੱਤਰਕਾਰਾਂ ਨੂੰ, ਜਿਵੇਂ ਜਿਹੜਾ ਵੀ ਦਿੱਲੀ ਦੀ ਹਦੂਦ ਦੇ ਵਿੱਚ ਪਹੁੰਚ ਜਾਂਦਾ ਹੈ, ਉਹ ਸਾਡੇ ਪੱਤਰਕਾਰ ਚੱਕ ਲਏ ਨੇ, ਕੇਸ ਬਣਾਤੇ ਨੇ। 2 ਪੱਤਰਕਾਰ ਅੱਜ ਪਤਾ ਲੱਗਿਆ ਉਹ ਚੱਕ ਲਏ, ਉਹਨਾਂ ਦਾ ਹਜੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਉਹ ਕਿੱਥੇ ਨੇ। ਔਰ ਇਸ ਕਰਕੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਕਿਰਪਾ ਕਰਕੇ ਉਧਰ ਨਾ ਜਾਈਏ। ਆਪਾਂ ਬਿਲਕੁਲ ਦਿੱਲੀ ਦੀ ਹਦੂਦ ਦੇ ਵਿੱਚ ਜਾਣ ਤੋਂ ਗੁਰੇਜ਼ ਕਰੋ, ਤਾਂ ਕਿ ਕਿਤੇ ਇਕੱਲੇ ਕਰੇ ਕਿਸੇ ਨੌਜਵਾਨ ਨਾਲ ਚੱਕ ਕੇ ਕੋਈ ਸਾਨੂੰ ਪਤਾ ਵੀ ਨਾ ਲੱਗ ਸਕੇ। ਏਡੇ ਵੱਡੀ ਗੈਦਰਿੰਗ ਹੈ, ਏਡਾ ਵੱਡੇ ਇਕੱਠ ਦੇ ਵਿੱਚ ਕਿਸੇ ਨੂੰ ਪਤਾ ਹੀ ਨਾ ਲੱਗ ਸਕੇ ਕਿ ਕੌਣ ਬੱਚਾ ਕਿੱਥੇ ਗੁੰਮ ਹੋ ਗਿਆ। ਇਸ ਕਰਕੇ ਬਚ ਕੇ ਵੀ ਚੱਲਣਾ ਹੈ ਔਰ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਾਂ ਲੜਨਾ ਹੈ ਔਰ ਉਹਦੇ ਸਾਰੇ ਲਈ ਵਿਉਂਤਬੰਦੀ ਦੀ ਲੋੜ ਹੈ। ਔਰ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੀਆਂ ਸਾਰੀਆਂ ਸਹੂਲਤਾਂ, ਦਿੱਲੀ 'ਚੋਂ ਕੋਈ ਚੀਜ਼ ਲੈਣ ਨਹੀਂ ਜਾਣਾ, ਅਸੀਂ ਪਿੱਛੋਂ ਹੀ ਆਪਦੀਆਂ ਪੂਰੀਆਂ ਕਰਨੀਆਂ, ਭਾਵੇਂ ਸਾਨੂੰ ਪੰਜਾਬ 'ਚੋਂ ਕਿਉਂ ਨਾ ਮੰਗਾਉਣੀਆਂ ਪੈਣ ਆਪਦੀਆਂ ਲੋੜਾਂ ਦੀਆਂ ਚੀਜ਼ਾਂ, ਇੱਥੋਂ ਬਿਲਕੁਲ ਨਹੀਂ ਲੈਣਾ। ਅਸੀਂ ਉਸ ਗੁਰੂ ਦੀ ਔਲਾਦ ਹਾਂ ਜਿਨ੍ਹਾਂ ਨੂੰ ਲੰਬਾ ਸਮਾਂ ਘੇਰਾ ਪਾ ਕੇ ਭੁੱਖਿਆ ਭਾਈ ਰੱਖਿਆ। ਉਸ ਵੇਲੇ ਦੇ ਵੀ ਅਸੀਂ ਪਰਵਾਹ ਨਹੀਂ ਕੀਤੀ ਤੇ ਅੱਜ ਇੱਥੇ ਕੀ ਹੋਏਗਾ, ਅੰਦੋਲਨ ਕਰ ਰਹੇ ਹਾਂ। ਜੇ ਸਾਡੇ ਰਾਸ਼ਨ ਮੁੱਕ ਜੂਗਾ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ, ਜੇ ਸਾਡੇ ਕੋਲੋਂ ਕੋਈ ਚੀਜ਼ ਮੁੱਕ ਜੂਗੀ ਤਾਂ ਕੋਈ ਫਰਕ ਨਹੀਂ ਪੈਣਾਗਾ। ਬਿਲਕੁਲ ਦਿੱਲੀ ਦੇ ਵਿੱਚੋਂ ਕੋਈ ਚੀਜ਼ ਲੈਣ ਜਾਣ ਦੀ ਲੋੜ ਨਹੀਂ ਹੈ। ਔਰ ਸਾਡਾ ਇੰਨਾ ਕੁ ਸਬਰ ਰੱਖ ਕੇ ਅਸੀਂ ਇਸ ਗੱਲ ਦਾ ਬਚਾਅ ਰੱਖੀਏ ਤਾਂ ਮੈਂ ਫਿਰ ਦੁਬਾਰਾ ਸਰਕਾਰ ਨੂੰ ਇਸ ਜਿਹੜੀ ਕੁਝੀਆਂ ਹਰਕਤਾਂ ਤੇ ਉਤਰੀ ਹੋਈ ਹੈ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਚੇਤਾਵਨੀ ਦਿੰਦੇ ਹਾਂ ਕਿ ਅਜਿਹੀਆਂ ਹਰਕਤਾਂ ਕਰਨ ਤੋਂ ਬਾਅਦ ਆਏ ਸਰਕਾਰ, ਨਹੀਂ ਤਾਂ ਸਰਕਾਰ ਨੂੰ ਇਹਦਾ ਮਹਿੰਗਾ ਮੁੱਲ ਉਤਾਰਨਾ ਪੈ ਸਕਦਾ ਹੈ। ਧੰਨਵਾਦ ਜੀ। ਡੱਲੇਵਾਲ ਸਾਹਿਬ, ਇੱਕ ਬਹੁਤ ਸਵਾਲ ਲੋਕਾਂ ਦਾ ਇਹ ਆ ਰਿਹਾ ਕਿ ਜਿਸ ਟਾਈਮ ਤੇ ਸਟੇਜ ਤੋਂ ਅਗਲੀ ਸਟੇਜ ਦੇ ਅੱਗੇ ਪੁਲਿਸ ਨੇ ਤੇ ਨਾਲ ਪੁਲਿਸ ਨੇ ਸਿਵਲ ਦੇ ਵਿੱਚ ਜਾਂ ਗੁੰਡੇ ਲੈ ਕੇ ਅਟੈਕ ਕੀਤਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਉਹਦੇ ਉੱਪਰ ਕੀ ਐਕਸ਼ਨ ਲਿਆ ਉਸ ਟਾਈਮ? ਸ਼ਾਇਦ ਮੇਰਾ ਖਿਆਲ ਹੈ ਇਸ ਗੱਲ ਦਾ ਵੀ ਸਾਰੇ ਪੱਤਰਕਾਰ ਵੀਰਾਂ ਕੋਲੇ ਗੱਲ ਨਾ ਪਹੁੰਚੀ ਹੋਵੇ ਜਾਂ ਸਾਰੇ ਲੋਕਾਂ ਕੋਲੇ ਗੱਲ ਨਾ ਪਹੁੰਚੀ ਹੋਵੇ। ਜਿਸ ਵੇਲੇ ਇਹ ਘਟਨਾ ਨੂੰ ਗੁੰਡਾਗਰਦੀ ਹੋ ਰਹੀ ਸੀ, ਉੱਥੇ ਅੰਜਾਮ ਦਿੱਤਾ ਜਾ ਰਿਹਾ ਸੀ, ਔਰ ਉਸ ਵੇਲੇ ਜਦੋਂ ਸਾਡੇ ਕੋਲੇ ਸੂਚਨਾ ਪਹੁੰਚੀ, ਉਸ ਵੇਲੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਸੀ ਔਰ ਉਸ ਮੀਟਿੰਗ ਦੇ ਵਿੱਚ ਤੁਰੰਤ ਮੀਟਿੰਗ ਨੂੰ ਉੱਥੇ ਹੀ ਰੋਕ ਕੇ ਸਾਡੇ ਯੂਪੀ ਤੋਂ ਜਿਹੜੀ ਜਥੇਬੰਦੀ ਹੈ ਨਾਲ ਰਾਜਾ ਆਪਣਾ ਇੱਥੋਂ ਦਿੱਲੀ ਵਾਲੇ ਯੁੱਧਵੀਰ ਜੀ, ਰਿਕੇਸ਼ ਟਕੈਤ ਦੀ ਜਥੇਬੰਦੀ ਦੇ ਆਗੂ ਨੇ, ਉਹਨਾਂ ਨੇ ਉਸੇ ਸਮੇਂ ਸਾਡੇ ਗ੍ਰਹਿ ਮੰਤਰੀ ਜੀ ਦੇ ਨਾਲ ਗੱਲ ਕੀਤੀ ਹੈ ਕਿ ਇਹਨੂੰ ਰੋਕਿਆ ਜਾਏ ਤੁਰੰਤ, ਇਹ ਬਹੁਤ ਘਟੀਆ ਕਾਰਵਾਈ ਹੋ ਰਹੀ ਹੈ। ਔਰ ਇਸ ਤੋਂ ਬਾਅਦ ਦੁਬਾਰਾ ਫਿਰ ਮਤਲਬ ਰਾਜਨਾਥ ਜੀ ਨਾਲ ਸਾਡੇ ਰਾਜੇਵਾਲ ਜੀ ਨਾਲ ਗੱਲਬਾਤ ਹੋਈ। ਅਸੀਂ ਸਾਰੇ ਜਾਣੇ ਉੱਥੇ ਉਸ ਵੇਲੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੇ ਲੀਡਰਸ਼ਿਪ ਸੀ ਉੱਥੇ ਬੈਠੇ ਸੀ, ਸਾਡੀ ਗੱਲਬਾਤ ਹੋ ਰਹੀ ਸੀ ਔਰ ਉਹਨਾਂ ਨੇ, ਰਾਜਨਾਥ ਨੇ ਇਹ ਵੀ ਇਹ ਗੱਲ ਆਖੀ ਕਿ ਅਸੀਂ ਹੁਣੇ ਮਤਲਬ ਪਤਾ ਕਰਦੇ ਹਾਂ, ਜੇਕਰ ਜਿਹਾ ਹੋ ਰਿਹਾ ਤੇ ਅਸੀਂ ਇਹਨੂੰ ਰੋਕਦੇ ਹਾਂ ਔਰ ਇਹ ਨਹੀਂ ਹੋਏਗਾ, ਨਹੀਂ ਹੋਣਾ ਚਾਹੀਦਾ। ਔਰ ਤੁਸੀਂ ਆਪਣੇ ਕਿਸਾਨਾਂ ਨੂੰ ਕੰਟਰੋਲ ਕਰਨ ਦੀ ਜੋ ਕੋਸ਼ਿਸ਼ ਕਰੋ, ਆਪਣੇ ਕਿਸਾਨ ਨਾ ਕਿਤੇ ਕੋਈ ਅਜਿਹਾ ਕੁਛ ਕਰਨ। ਤਾਂ ਇਸ ਕਰਕੇ ਉਹ ਸਾਨੂੰ ਫਿਰ ਉਸ ਵੇਲੇ ਇੱਕ ਸਟੇਜ ਤੋਂ ਅਨਾਉਂਸਮੈਂਟ ਵੀ ਕਰਵਾਉਣੀ ਪਈ ਕਿ ਉਧਰਲੇ ਪਾਸੇ ਕੋਈ ਕਿਸਾਨ ਨਾ ਜਾਵੇ, ਉਹ ਤਾਂ ਕਿ ਮਤਲਬ ਕਿਸੇ ਤਰ੍ਹਾਂ ਦਾ ਸਾਡੇ ਕਿਸਾਨਾਂ ਤੇ ਬਲੇਮ ਨਾ ਆਵੇ ਕਿ ਕਿਉਂਕਿ ਗੁੱਸੇ ਦੇ ਵਿੱਚ ਆਇਆ ਕੋਈ ਵੀ ਨੌਜਵਾਨ ਕਿਸੇ ਨਾਲ ਵੀ ਮਤਲਬ ਭਿੜ ਸਕਦਾ ਸੀ। ਇਸ ਕਰਕੇ ਉਹਨੂੰ ਉਸ ਵੇਲੇ ਇਸੇ ਤਰੀਕੇ ਨਾਲ ਕੰਟਰੋਲ ਕਰਨਾ ਦੀ ਲੋੜ ਲੱਗੀ, ਸਾਨੂੰ ਉਹ ਲੋੜ ਬਣਦੀ ਸੀ ਔਰ ਉਹਨੂੰ ਇਹ ਸਾਰੇ ਨੂੰ ਅਸੀਂ ਮਤਲਬ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਇਹ ਲੋਕਾਂ ਨੇ, ਸਾਡੀ ਪਬਲਿਕ ਨੇ ਇਹ ਸਵਾਲ ਚੱਕਿਆ ਕਿ ਜਾਣ ਬੁੱਝ ਕੇ, ਕਿਉਂਕਿ ਜਿਹੜਾ ਉਹ ਸਟੇਜ ਦੇ ਉੱਪਰੋਂ ਜਿਹੜੇ ਉਹ ਆਗੂ ਸੀ ਉਹਨਾਂ ਨੇ ਜੋ ਵੀ ਆਪਣਾ ਰੂਪ ਦਿਖਾਇਆ, ਜੋ ਵੀ ਉਹਨਾਂ ਨੇ ਆਪਣਾ, ਜਿਵੇਂ ਉਹਨਾਂ ਨੇ 26 ਦੇ ਵਿੱਚ ਬਹੁਤ ਕੁਝ ਗਲਤ ਕੀਤਾ, ਕਿ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਇਹਨਾਂ ਨੂੰ ਸਜ਼ਾ ਦਿੱਤੀ ਹੈ। ਪਲੀਜ਼ ਉਹਦੇ ਉੱਪਰ ਕਲੀਅਰ ਕਰੋ। ਨਹੀਂ, ਇਹ ਸਜ਼ਾ ਦੇਣ ਦਾ ਨਹੀਂ ਮਤਲਬ ਸੀਗਾ, ਇਹ ਕੋਈ ਸਜ਼ਾ ਦੇਣ ਦਾ ਟਾਈਮ ਨਹੀਂ ਸੀ ਕਿਸੇ ਨੂੰ ਸਾਡਾ। ਇਹ ਅਜਿਹਾ ਕੋਈ ਸਜ਼ਾ ਕਿਉਂ ਦੇਵਾਂਗੇ, ਕਿਉਂ ਸਜ਼ਾ ਵਾਲੀ ਗੱਲ ਦਾ ਤਾਂ ਮਤਲਬ ਹੀ ਕੋਈ ਨਹੀਂ ਹੈ। ਉੱਥੇ ਸਾਡੇ ਕਿਸਾਨ ਬੈਠੇ ਨੇ,
ਅਗਰ ਗਲਤੀ ਕੀਤੀ ਹੈ ਤਾਂ ਕਿਸੇ ਲੀਡਰ ਨੇ ਕੀਤੀ ਹੈ। ਕਿਸਾਨਾਂ ਦਾ ਤਾਂ ਵਿਚਾਰੇ ਕਿਸਾਨ ਤਾਂ ਭੋਲੇ ਹੁੰਦੇ ਨੇ, ਉਹ ਤਾਂ ਇੱਕ ਆਮ ਲੋਕ ਹੁੰਦੇ ਨੇ, ਉਹ ਆਮ ਲੋਕ ਆਏ ਨੇ ਔਰ ਉਹ ਉਹਨਾਂ ਦੇ ਨਾਲ ਆਏ ਹੈ। ਗਲਤੀ ਲੀਡਰ ਦੀ ਹੋਵੇ, ਸਜ਼ਾ ਲੋਕਾਂ ਨੂੰ ਇੱਕ ਮੈਨੂੰ ਲੱਗਦਾ ਸੈਣੀ ਲੀਡਰਸ਼ਿਪ ਜੇ ਕਦੇ ਨਹੀਂ ਕਰੇਗੀ, ਨਹੀਂ ਕਰਨਾ ਵੀ ਨਹੀਂ ਚਾਹੀਦਾ। ਔਰ ਅਸੀਂ ਤੁਰੰਤ, ਜੇ ਸਾਡੇ ਮਨ 'ਚ ਇਹ ਹੁੰਦੀ ਤਾਂ ਫਿਰ ਟੈਲੀਫੋਨ ਕਰਨ ਦੀ ਕੀ ਮਤਲਬ ਹੋਣਾ ਸੀ। ਉਸੇ ਵੇਲੇ ਜਿਸ ਵੇਲੇ ਸਾਨੂੰ ਪਤਾ ਲੱਗਿਆ ਕਿ ਉਧਰ ਇਹ ਹੋ ਰਿਹਾ ਹੈ, ਤੁਰੰਤ ਮਤਲਬ ਇਹਦੀਆਂ ਕਾਲਾਂ ਦੇਖੀਆਂ ਜਾ ਸਕਦੀਆਂ ਨੇ ਔਰ ਉਸੇ ਵੇਲੇ ਇਹਦੇ 'ਤੇ ਐਕਸ਼ਨ ਲੈਂਦਿਆਂ ਸਾਡੀ ਲੀਡਰਸ਼ਿਪ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਤੇ ਇੱਥੋਂ ਆ ਕੇ ਅਸੀਂ ਸਾਰੇ ਦੇ ਸਾਰੇ ਸਟੇਜ 'ਤੇ ਆ ਕੇ ਉਹਨੂੰ ਮਤਲਬ ਸਾਰਾ ਇਹਨੂੰ ਮਤਲਬ ਹੈਂਡਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਇੱਕ ਸਵਾਲ ਜਿਹੜਾ ਇਹ ਆ ਰਿਹਾ ਸੀਗਾ ਕਿ ਜਿਹੜੇ ਨੌਜਵਾਨਾਂ ਨੂੰ ਪੁਲਿਸ ਚੱਕ ਰਹੀ ਹੈ ਜਾਂ ਜਿਹੜੇ ਕੱਲ ਵੀਰ ਨੂੰ ਕੁੱਟਣ ਤੋਂ ਬਾਅਦ ਪੁਲਿਸ ਚੱਕ ਕੇ ਲੈ ਕੇ ਗਈ ਹੈ, ਕਿ ਉਹਨਾਂ ਦੇ ਪਿੱਛੇ ਸਾਡੇ ਵਕੀਲ, ਸਾਡੇ ਆਗੂ ਪੈਰਵਾਈ ਕਰ ਰਹੇ ਨੇ? ਹਾਂ, ਇਹ ਕੋਈ ਇਕੱਲੇ ਉਸ ਇੱਕ ਦੀ ਨਹੀਂ ਹੈ ਗੱਲ। ਜਿੰਨੇ ਵੀ ਸਾਡੇ ਇਸ ਅੰਦੋਲਨ ਦੇ ਵਿੱਚ ਨੌਜਵਾਨ ਲਾਪਤਾ ਹੋਏ ਆ ਉਹ ਸਾਰੇ ਸਾਡੇ ਨੇ। ਇਹ ਕੋਈ ਨਹੀਂ ਹੈ ਕਿ ਮਤਲਬ ਕਿਹੜੇ ਬਾਰਡਰ ਤੋਂ ਕੌਣ ਹੋਇਆ, ਕਿੱਥੋਂ ਕੀ ਹੋਇਆ। ਹਾਂ, ਇਹ ਜ਼ਰੂਰ ਅਸੀਂ ਬੇਨਤੀ ਕਰਾਂਗੇ ਸਾਰੀਆਂ ਜਥੇਬੰਦੀਆਂ ਨੂੰ ਕਿ ਦੇਖੋ, ਕਈ ਵਾਰੀ ਨਹੀਂ ਪਤਾ ਹੁੰਦਾ, ਐਡਾ ਲੰਬਾ ਚੌੜਾ ਮਤਲਬ ਪੂਰੀ ਦਿੱਲੀ ਦੇ 300 ਕਿਲੋਮੀਟਰ ਦੇ ਘੇਰੇ ਦੇ ਵਿੱਚ ਮਤਲਬ ਅੰਦੋਲਨ ਚੱਲ ਰਿਹਾ ਹੈ। ਸਾਰਾ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਧਿਆਨ 'ਚ ਹੋ ਸਕਦਾ ਇੱਕੋ ਵਾਰੀ ਗੱਲ ਨਾ ਆਵੇ। ਅਸੀਂ ਸਮੁੱਚੀ ਲੀਡਰਸ਼ਿਪ ਨੂੰ, ਸਮੁੱਚੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਪੜਤਾਲ ਕਰੋ। ਜਿਹੜਾ ਵੀ ਤੁਹਾਡੇ ਸੰਗਠਨ ਦੇ ਵਿੱਚੋਂ ਜਾਂ ਤੁਹਾਡੇ ਨਾਲ ਆਇਆ ਜਾਂ ਕੋਈ ਵੀ ਕਿਸੇ ਵੀ ਅੰਦੋਲਨ ਦੇ ਵਿੱਚੋਂ ਕਿਸੇ ਵੀ ਨਾਕੇ ਤੋਂ ਕੋਈ ਨੌਜਵਾਨ ਅਗਰ ਲਾਪਤਾ ਹੋਇਆ ਹੈ ਤਾਂ ਕਿਰਪਾ ਕਰਕੇ ਮਤਲਬ ਸੰਯੁਕਤ ਕਿਸਾਨ ਮੋਰਚੇ ਦੇ ਧਿਆਨ ਦੇ ਵਿੱਚ ਲਿਆਂਦਾ ਜਾਏ। ਨੰਬਰ ਅਸੀਂ ਦੱਸ ਚੁੱਕੇ ਹਾਂ ਇਹਨਾਂ ਦਾ, ਇਹ ਵੀ ਨੰਬਰ ਫਿਰ ਇਹ ਸਾਰੀਆਂ ਜਥੇਬੰਦੀਆਂ ਵੀ ਨੋਟ ਕਰਨ, 81 980 20033, ਫਿਰ ਨੋਟ ਕਰ ਲਿਓ 81 980 22033। ਕਮਲਜੀਤ ਸਿੰਘ ਸਾਡੇ ਇਹ ਆਗੂ ਦਾ ਨਾਂ ਹੈ ਔਰ ਤੁਸੀਂ ਇਹ ਨਾਂ ਨੂੰ ਧਿਆਨ ਦੇ ਵਿੱਚ ਲੈ ਕੇ, ਇਹਨਾਂ ਨੰਬਰ ਨੂੰ ਧਿਆਨ ਦੇ ਵਿੱਚ ਲੈ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਿਹਨੂੰ ਵੀ ਕਿਤੇ ਕੋਈ ਇਹੋ ਜਿਹੀ ਗੱਲ ਲੱਗਦੀ ਹੈ ਤੇ ਇਹਨਾਂ ਦਾ ਡਿਊਟੀ ਬਣਦੀ ਹੈ ਆਪਣੀ, ਉਹ ਸਾਰੇ ਬੱਚੇ ਜਿਹੜੇ ਇੱਥੇ ਆਏ ਨੇ, ਅਗਰ ਉਹਨਾਂ ਨੂੰ ਕਿਤੇ ਕੋਈ ਤਕਲੀਫ ਆਈ ਹੈ ਤੇ ਉਹ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਦੀ ਮਦਦ ਕਰਾਂਗੇ, ਮਦਦ ਕਰਨੀ ਬਣਦੀ ਵੀ ਹੈ। ਡੱਲੇਵਾਲ ਸਾਹਿਬ, ਲਾਸਟ ਦੇ ਉੱਪਰ ਸਾਡੇ ਪੰਜਾਬ ਨੂੰ, ਹਰਿਆਣੇ ਨੂੰ, ਯੂਪੀ, ਰਾਜਸਥਾਨ, ਕੀ ਅਪੀਲ ਕਰਨਾ ਚਾਹੁੰਦੇ ਹੋ? ਇੱਥੇ ਮਾਹੌਲ ਕਿਵੇਂ ਦਾ ਹੈ ਹੁਣ? ਕਿ ਡਰ ਦੀ ਕੋਈ ਗੱਲ ਹੈ? ਪਲੀਜ਼ ਉਹਦੇ ਉੱਪਰ ਜ਼ਰੂਰ ਦੱਸੋ। ਦੇਖੋ, ਡਰਨ ਵਾਲੀ ਕੋਈ ਗੱਲ ਨਹੀਂ ਹੈ। ਇਹ ਨਹੀਂ ਹੈ ਕਿ ਇੱਥੇ ਕੋਈ ਡਰਨ ਵਾਲੀ ਗੱਲ ਹੈ। ਸਿਰਫ ਇਹ ਜ਼ਰੂਰ ਆ ਗੱਲ ਕਿ ਸਰਕਾਰ ਆਪਦੀਆਂ ਮਤਲਬ ਜਿਹੜੀਆਂ ਕੁਝੀਆਂ ਹਰਕਤਾਂ ਉਹਦੇ ਤੇ ਉਤਰੀ ਹੋਈ ਹੈ, ਉਹਦੇ ਤੋਂ ਸਤਰਕ ਹੋਣ ਦੀ ਜ਼ਰੂਰ ਲੋੜ ਹੈ। ਸਰਕਾਰ ਦਾ ਹੁਣ ਕੋਸ਼ਿਸ਼ ਕੀ ਹੈ? ਸਰਕਾਰ ਸਾਡੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਹਨਾਂ ਨੂੰ ਗੁੱਸਾ ਦੇਣ ਦੀ, ਚੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਗੁੱਸੇ ਦੇ ਵਿੱਚ ਆਉਣ, ਗੁੱਸੇ ਦੇ ਵਿੱਚ ਆ ਕੇ ਕਿਸੇ ਨਾ ਕਿਸੇ ਦੇ ਨਾਲ ਕੁੱਟਮਾਰ ਕਰਨ ਤਾਂ ਇਹਨੂੰ ਇੱਕ ਦੰਗੇ ਦਾ ਰੂਪ ਬਣ ਜੇ। ਇਸ ਤੋਂ ਸਿਵਾ ਹੋਰ ਮਤਲਬ ਕੁਝ ਨਹੀਂ। ਸਰਕਾਰ ਇਹਨੂੰ ਇੱਕ ਦੰਗੇ ਦਾ ਰੂਪ ਬਣਾਉਣਾ ਚਾਹੁੰਦੀ ਹੈ ਔਰ ਇਹਦੇ ਤੋਂ ਸਹੀ ਸਾਰਿਆਂ ਨੇ ਅਲਰਟ ਰਹਿਣਾ ਹੈ। ਜਿੰਨੇ ਵੀ ਕਿਸਾਨ ਇੱਥੇ ਆਏ ਨੇ, ਨੌਜਵਾਨਾਂ ਨੂੰ ਮੈਂ ਖਾਸ ਕਰਕੇ ਅਪੀਲ ਕਰੂੰਗਾ ਕਿ ਨੌਜਵਾਨ ਖੂਨ ਗਰਮ ਹੁੰਦਾ ਹੈ, ਛੇਤੀ ਮਤਲਬ ਗੁੱਸੇ ਦੇ ਵਿੱਚ ਆ ਜਾਂਦਾ ਹੈ। तो मैं समूह नौजवानों ਨੂੰ, ਚਾਹੇ ਉਹ ਪੰਜਾਬ ਦਾ ਨੌਜਵਾਨ ਹੈ, ਚਾਹੇ ਉਹ ਹਰਿਆਣੇ ਦਾ ਨੌਜਵਾਨ ਹੈ, ਚਾਹੇ ਉਹ ਯੂਪੀ ਦਾ, ਚਾਹੇ ਮੱਧ ਪ੍ਰਦੇਸ਼, ਚਾਹੇ ਰਾਜਸਥਾਨ ਦਾ, ਸਾਰੇ ਹੀ ਇਸ ਅਪੀਲ ਨੂੰ ਪ੍ਰਵਾਨ ਕਰੋ। ਤੁਸੀਂ ਆਪਣੇ ਆਪ ਦੇ ਉੱਤੇ, ਆਪਣੇ ਗੁੱਸੇ ਦੇ ਉੱਤੇ ਕੰਟਰੋਲ ਰੱਖਣਾ ਹੈ। ਦੇਖਿਓ ਕਿਤੇ ਤੁਸੀਂ ਗਲਤੀ ਕਰਕੇ ਆਪਾਂ ਨੂੰ ਦਾਗ ਨਾ ਲੱਗ ਜਾਏ ਸੀ ਜਾਂ ਆਪਣਾ ਅੰਦੋਲਨ ਫਿਰ ਨਾ ਦੁਬਾਰਾ ਟੁੱਟ ਜੇ। ਅੰਦੋਲਨ ਨੂੰ ਇੱਕ ਵਾਰੀ ਡਿੱਗ ਕੇ ਫਿਰ ਉਠਾਇਆ, ਬੜੇ ਔਖਿਆਂ ਹੋ ਕੇ ਤੁਹਾਡੀ ਸਾਰਿਆਂ ਨੇ ਮਤਲਬ ਬੜਾ ਸਮਾਂ ਸੰਭਾਲ ਕੇ, ਮੌਕਾ ਸੰਭਾਲ ਕੇ ਅੰਦੋਲਨ ਨੂੰ ਖੜਾ ਕਰ ਲਿਆ ਦੁਬਾਰਾ। ਤੇ ਜੇ ਦੁਬਾਰਾ ਫਿਰ ਆਪਾਂ ਡਿੱਗ ਪਏ ਨਾ, ਫਿਰ ਅੰਦੋਲਨ ਖੜਾ ਹੋਣਾ ਬੜਾ ਔਖਾ ਹੋ ਜਾਏਗਾ। ਸੋ ਇਸ ਕਰਕੇ ਇਸ ਸਾਰੀ ਗੱਲ ਨੂੰ ਧਿਆਨ 'ਚ ਰੱਖਦਿਆਂ ਇਹਦਾ ਧਿਆਨ ਰੱਖਣਾ ਹੈ। ਇਸ ਗੱਲ ਤੋਂ ਜ਼ਰੂਰ ਬਚਾਅ ਰੱਖਣਾ ਹੈ ਕਿ ਸਰਕਾਰ ਕੱਲ ਨੂੰ ਸਾਨੂੰ ਇਹ ਨਾ ਕਹੇ ਕਿ ਇਹ ਤਾਂ ਜੀ ਉਹ ਲਈ ਫਿਰਦੇ ਸੀਗਾ, ਇਹ ਤਾਂ ਹਥਿਆਰ ਲਈ ਫਿਰਦੇ ਸੀਗੇ, ਤਾਂ ਇਹ ਕਰੀ ਫਿਰਦੇ, ਤਾਂ ਉਹ ਕਰੀ ਫਿਰਦੇ। ਜਿੰਨੀ ਸਾਡੀ ਗਿਣਤੀ ਹੈ, ਜਿੰਨੀ ਗਿਣਤੀ ਦੇ ਵਿੱਚ ਅਸੀਂ ਆਏ ਹਾਂ, ਸਾਨੂੰ ਹਥਿਆਰਾਂ ਦੀ ਲੋੜ ਨਹੀਂ ਹੈ ਇੱਥੇ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਤੁਸੀਂ ਇੰਨੀ ਵੱਧ ਗਿਣਤੀ ਹੈ, ਇੱਕ ਬੰਦਾ ਜੇ ਕੋਈ ਤੁਹਾਡੇ ਵਿੱਚ ਆ ਕੇ ਪੰਗਾ ਲਏਗਾ ਵੀ ਤਾਂ ਉਹਨੂੰ 20 ਆਦਮੀ ਸਾਡੇ ਮਦਦ ਚੁੰਬੜ ਜਾਣਗੇ ਤਾਂ ਉਹ ਕੀ ਕਰ ਸਕਦਾ, ਕੀ ਕਰੇਗਾ? ਵੱਧ ਤੋਂ ਵੱਧ ਇੱਕ ਅੱਧੇ ਆਦਮੀ ਦੇ ਸੱਟ ਮਾਰ ਜੂ, ਹੋਰ ਕੀ ਹੋਊਗਾ ਇਸ ਤੋਂ ਬਾਅਦ?
ਔਰ ਉਹਨੂੰ ਬੰਨ੍ਹ ਕੇ ਰੱਸੇ ਦੇ ਨਾਲ ਮੁਸ਼ਕਾਂ ਦੇ ਕੇ ਇੱਥੇ ਆਪਾਂ ਬਹਾਵਾਂਗੇ ਔਰ ਸਰਕਾਰ ਨੂੰ ਦਿਖਾਵਾਂਗੇ ਵੀ ਇਹ ਤੁਹਾਡੇ ਮਤਲਬ ਜਿਹੜੇ ਦੱਲੇ ਨੇ, ਜਿਹੜੇ ਤੁਹਾਡੇ ਛੱਡੇ ਹੋਏ ਇਹ ਕੁੱਤੇ ਨੇ, ਆ ਬੈਠੇ ਨੇ, ਇਹਨਾਂ ਨੂੰ ਛਡਵਾਉਣ ਵਾਸਤੇ ਸਰਕਾਰ ਆਪੇ ਤੁਹਾਡੇ ਸਾਹਮਣੇ ਰਿੜਕੇਗੀ, ਗਿੱਟੇ ਗੋਡੇ ਰਿੜਕਦੀ ਵਿਖਾਵਾਂਗੇ ਤੁਹਾਨੂੰ। ਸੋ ਇਸ ਕਰਕੇ ਤੁਸੀਂ ਇਸ ਚੀਜ਼ ਤੋਂ ਬਚਾਅ ਰੱਖਣਾ ਹੈ, ਸੰਜਮ ਤੋਂ ਕੰਮ ਲੈਣਾ ਔਰ ਪੂਰੀ ਸਤਰਕਤਾ ਦੇ ਨਾਲ। ਇੱਕ ਮੈਂ ਬੇਨਤੀ ਕਰਾਂ ਲਾਸਟ ਦੇ ਉੱਤੇ, ਜਿਹੜੇ ਇੱਥੇ ਮੋਰਚੇ 'ਚ ਬੈਠੇ ਨੇ ਸਾਡੇ ਨੌਜਵਾਨ, ਕਿ ਇੱਥੇ ਜਿੰਨੀਆਂ ਵੀ ਗਲੀਆਂ ਆਉਂਦੀਆਂ ਨੇ, ਪਿੰਡਾਂ ਤੋਂ ਗਲੀਆਂ ਆਉਂਦੀਆਂ ਨੇ, ਉਹਨਾਂ ਗਲੀਆਂ ਦੇ ਉੱਤੇ ਮੈਂ ਅੱਜ ਦਿਨੇ ਵੀ ਮਾਈਕ ਤੋਂ ਵੀ ਬੇਨਤੀ ਕਰਕੇ ਆਇਆ ਸੀ, ਹੁਣ ਮੈਂ ਇਸ ਪਲੇਟਫਾਰਮ ਤੋਂ ਵੀ ਬੇਨਤੀ ਕਰਦਾ ਕਿ ਤੁਸੀਂ ਸਾਰਿਆਂ ਨੇ ਇਹਨਾਂ ਗਲੀਆਂ ਦੇ ਉੱਤੇ ਪਹਿਰੇਦਾਰੀ ਜ਼ਰੂਰ ਕਰਨੀ ਹੈ, ਕਿਉਂਕਿ ਇਹ ਜ਼ਰੂਰੀ ਨਹੀਂਗਾ ਕਿ ਤੁਹਾਡੇ ਨਾਲ ਸਿੱਧੀ ਟੱਕਰ ਲੈਣ ਤੋਂ ਤੁਹਾਡੇ ਨਾਲ ਭਿੜਨ। ਇਹ ਤੁਹਾਡੇ ਨਾਲ ਅਜਿਹੀ ਹਰਕਤ ਵੀ ਕਰ ਸਕਦੇ, ਤੁਹਾਡੇ ਰਾਸ਼ਨ ਦੇ ਵਿੱਚ, ਤੁਹਾਡੇ ਖਾਣ ਪੀਣ ਵਾਲੇ ਸਮਾਨ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਜਾਣ, ਇਹ ਵੀ ਖਤਰਨਾਕ ਚੀਜ਼ ਹੈ, ਉਹਦੇ ਨਾਲ ਉਸ ਤੋਂ ਵੱਡਾ ਵੀ ਨੁਕਸਾਨ ਕਰ ਜਾਣਗੇ ਸਾਡਾ। ਸੋ ਇਹ ਸਾਰਾ ਧਿਆਨ ਰੱਖਣਾ ਹੈ, ਇੱਕ ਤਰ੍ਹਾਂ ਦੀ ਆਪਣੀ ਰਾਖੀ ਆਪ ਕਰੋ ਵਾਲੀ ਗੱਲ ਹੈ। ਇੱਥੇ ਧਿਆਨ ਦੇ ਕੇ ਸਾਨੂੰ ਸਾਰਿਆਂ ਨੂੰ ਸਤਰਕਤਾ ਦੇ ਨਾਲ ਇਸ ਅੰਦੋਲਨ ਨੂੰ ਚਲਾਉਣ ਦੀ ਲੋੜ ਹੈ। ਅੰਦੋਲਨ ਬਹੁਤ ਉੱਚੇ ਪੱਧਰ ਤੇ ਜਾ ਰਿਹਾ ਹੈ, ਜਿੱਤ ਅਵੱਸ਼ ਹੋਏਗੀ, ਹੌਸਲਾ ਰੱਖੋ, ਜਿੱਤ ਕੇ ਜਾਵਾਂਗੇ। ਇੱਕ ਮਿੰਟ ਨੰਬਰ ਦਿਓ ਜੀ। ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਕਿ ਤੁਸੀਂ ਨੰਬਰ ਨੂੰ ਇੰਗਲਿਸ਼ ਦੇ ਵਿੱਚ ਬੋਲ ਦਿਓ। ਨੰਬਰ ਹੈ ਜੀ 8198022033। दोबारा रिपीट कर रहे हैं, 8198022033। कवलजीत सिंह। कोई भी आपका बच्चा, हमारा भाई, हमारे बुजुर्ग, कोई भी मिसिंग है जो आपको लगता है कि दिल्ली गए हैं, फ़ोन नहीं उठा रहे 2-3 दिन से और आपको शक है, वो इस नंबर पे कांटेक्ट कर सकते हैं। धन्यवाद।